ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 7ਵੀਂ 11 ਜੁਲਾਈ 2020 ਦਾ ਜੋ ਕੰਮ ਆਇਆ ਹੈ ਉਹ ਕਰਾਂਗੇ। ਜਿਵੇਂ ਕਿ ਅਸੀਂ ਕੱਲ੍ਹ ਸਰਬ ਵਿਆਪਕ ਬਾਲਗ ਮਤ ਅਧਿਕਾਰ ਬਾਰੇ ਕੀਤਾ ਸੀ ਕਿ ਜੋ ਵਿਅਕਤੀ 18 ਸਾਲ ਜਾਂ 18 ਸਾਲ ਤੋਂ ਵੱਡੀ ਉਮਰ ਦਾ ਹੋ ਜਾਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਸਰਬ ਵਿਆਪਕ ਭਾਵ 18 ਸਾਲ ਤੋਂ ਘੱਟ ਅਤੇ ਮਾਨਸਿਕ ਪੱਖੋਂ ਜੋ ਪਰੇਸ਼ਾਨ ਹਨ, ਮਾਨਸਿਕ ਪੱਖੋਂ ਠੀਕ ਨਹੀਂ ਹਨ, ਉਹਨਾਂ ਨੂੰ ਛੱਡ ਕੇ ਬਾਕੀ ਜੋ ਵੀ ਵਿਅਕਤੀ 18 ਸਾਲ ਜਾਂ ਉਸ ਤੋਂ ਵੱਧ ਹੋ ਜਾਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ, ਜਿਸ ਨੂੰ ਅਸੀਂ ਸਰਬ ਵਿਆਪਕ ਮਤ ਅਧਿਕਾਰ ਕਹਿੰਦੇ ਹਾਂ। ਅੱਜ ਦਾ ਟੌਪਿਕ ਹੈ ਚੋਣਾਂ, ਇਲੈਕਸ਼ਨ। ਫਿਰ ਜੋ ਸਰਬ ਵਿਆਪਕ ਮਤ ਅਧਿਕਾਰ ਹੈ ਉਹ ਕਿੱਥੇ ਕੰਮ ਆਉਂਦਾ ਹੈ? ਜੋ ਸਾਡੀ ਵੋਟ ਬਣਦੀ ਹੈ, ਜੋ ਸਾਡੀ ਉਮਰ 18 ਸਾਲ ਦੀ ਹੁੰਦੀ ਹੈ ਤਾਂ ਅਸੀਂ ਬੜੀ ਖੁਸ਼ੀ ਜਾ ਕੇ ਆਪਣੀ ਵੋਟ ਬਣਵਾਉਂਦੇ ਹਾਂ BLO ਤੋਂ, ਬੂਥ ਲੈਵਲ ਅਫਸਰ। ਬੂਥ ਲੈਵਲ ਅਫਸਰ ਤੋਂ ਅਸੀਂ ਆਪਣੀ ਵੋਟ ਬਣਵਾਉਂਦੇ ਹਾਂ ਕਿ ਮੈਂ 18 ਸਾਲ ਦਾ ਹੋ ਗਿਆ। ਫਿਰ ਉਸ ਵੋਟ ਦਾ, ਜੋ ਸਾਡੀ ਵੋਟ ਬਣਦੀ ਹੈ ਉਸ ਦਾ ਸਾਨੂੰ ਕੀ ਫਾਇਦਾ ਹੈ? ਤਾਂ ਉਹ ਅਸੀਂ ਜਦੋਂ ਇਲੈਕਸ਼ਨ ਹੁੰਦੀ ਹੈ, ਚੋਣਾਂ ਹੁੰਦੀਆਂ ਹਨ, ਉਸ ਦੇ ਵਿੱਚ ਆਪਣੀ ਵੋਟ ਦਾ ਅਸੀਂ ਇਸਤੇਮਾਲ ਕਰਦੇ ਹਾਂ। ਲੋਕਤੰਤਰ ਰਾਜ ਵਿੱਚ ਸ਼ਾਸਨ ਸ਼ਕਤੀ ਲੋਕਾਂ ਦੇ ਪ੍ਰਤੀਨਿਧਾਂ ਕੋਲ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਜਨਸੰਖਿਆ ਬਹੁਤ ਜ਼ਿਆਦਾ ਹੈ। ਜੇਕਰ ਸਾਡੇ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਭਾਰਤ ਦੇ ਵਿੱਚ ਡਾਇਰੈਕਟ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਹੈ। ਭਾਵ ਕਿ ਲੋਕ ਇੱਕ ਥਾਂ 'ਤੇ ਇਕੱਠੇ ਹੋ ਜਾਣ ਅਤੇ ਆਪਣੇ ਵਿਚਾਰ ਕਰਨ, ਇਹ ਜਿਹਾ ਨਹੀਂ ਹੋ ਸਕਦਾ। ਤਾਂ ਲੋਕਤੰਤਰ ਰਾਜ ਵਿੱਚ ਸ਼ਾਸਨ ਸ਼ਕਤੀ ਲੋਕਾਂ ਦੇ ਪ੍ਰਤੀਨਿਧਾਂ ਕੋਲ ਹੁੰਦੀ ਹੈ। ਭਾਵ ਲੋਕ ਆਪਣੇ ਰਿਪਰੈਜ਼ੈਂਟੇਟਿਵ, ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਹਨ ਜੋ ਲੋਕਾਂ ਵੱਲੋਂ ਫੈਸਲੇ ਲੈਂਦੇ ਹਨ। ਚੋਣਾਂ ਰਾਹੀਂ ਲੋਕ ਪ੍ਰਤੀਨਿਧ ਚੁਣਦੇ ਹਨ ਜਿਹੜੇ ਸਰਕਾਰ ਬਣਾਉਂਦੇ ਹਨ। ਭਾਵ ਜਿਹੜੀ ਦਲ ਨੂੰ ਜਿਸ ਦਲ ਦੇ ਜ਼ਿਆਦਾ ਮੈਂਬਰ ਜਿੱਤ ਜਾਂਦੇ ਹਨ ਉਸ ਦੀ ਸਰਕਾਰ ਬਣਦੀ ਹੈ। ਜਿਵੇਂ ਸਾਡੇ ਭਾਰਤ ਵਿੱਚ 543 ਮੈਂਬਰਾਂ ਦੀ ਚੋਣ ਹੁੰਦੀ ਹੈ। ਇਹਨਾਂ ਵਿੱਚੋਂ ਅੱਧ ਲਗਭਗ 272-73 ਮੈਂਬਰ ਜਿਸ ਦਲ ਦੇ ਜਿੱਤ ਜਾਂਦੇ ਹਨ ਉਸ ਦਲ ਦੀ ਸਰਕਾਰ ਬਣ ਜਾਂਦੀ ਹੈ। ਭਾਵ ਅੱਧ ਤੋਂ ਵੱਧ। ਸਾਰੇ ਨਾਗਰਿਕ ਇਕੱਠੇ ਰਾਜ ਪ੍ਰਬੰਧ ਨਹੀਂ ਚਲਾ ਸਕਦੇ, ਇਸ ਲਈ ਪ੍ਰਤੀਨਿਧ ਚੁਣਨੇ ਪੈਂਦੇ ਹਨ। ਚੋਣਾਂ ਰਾਹੀਂ ਲੋਕ ਸਰਕਾਰ ਨੂੰ ਬਦਲ ਸਕਦੇ ਹਨ। ਚੋਣਾਂ ਰਾਹੀਂ ਕਾਰਜਪਾਲਿਕਾ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ ਜੋ ਲੋਕ ਸਭਾ ਦੇ ਵਿੱਚੋਂ ਬਣਦੇ ਹਨ। ਜੋ ਮੰਤਰੀ ਪਰਿਸ਼ਦ ਬਣਦਾ ਹੈ ਉਹ ਲੋਕ ਸਭਾ ਵਿੱਚ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਉਸ ਦੀ ਸਰਕਾਰ ਬਣ ਜਾਂਦੀ ਹੈ। ਜੇਕਰ ਇਹ ਮੰਤਰੀ ਪਰਿਸ਼ਦ, ਇਹ ਸਰਕਾਰ ਲੋਕਾਂ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਲੋਕ ਵੋਟ ਪਾ ਕੇ ਜਦੋਂ ਅਗਲੀਆਂ ਚੋਣਾਂ ਹੁੰਦੀਆਂ ਹਨ ਉਸ ਇਲੈਕਸ਼ਨ ਦੇ ਵਿੱਚ ਦੂਜੇ ਦਲ ਨੂੰ ਵੋਟ ਪਾ ਕੇ ਪਹਿਲਾਂ ਵਾਲੇ ਦਲ ਨੂੰ, ਪਹਿਲਾਂ ਵਾਲੀ ਸਰਕਾਰ ਨੂੰ ਬਦਲ ਵੀ ਸਕਦੇ ਹਨ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਚੋਣਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਆਮ ਅਤੇ ਮੱਧਕਾਲੀ, ਜਨਰਲ ਇਲੈਕਸ਼ਨ ਅਤੇ ਬਾਈ ਇਲੈਕਸ਼ਨ। ਜਨਰਲ ਇਲੈਕਸ਼ਨ ਅਤੇ ਬਾਈ ਇਲੈਕਸ਼ਨ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਚੋਣਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਆਮ ਅਤੇ ਮੱਧਕਾਲੀਨ ਚੋਣਾਂ। ਜਦੋਂ ਸਾਰੇ ਦੇਸ਼ ਵਿੱਚ ਰਾਜ ਵਿਧਾਨ ਪਾਲਿਕਾਵਾਂ ਭਾਵ MLA ਅਤੇ ਸੰਸਦ ਵਿੱਚ ਸਾਰੀਆਂ ਸੀਟਾਂ, ਸੰਸਦ ਵਿੱਚ MP, ਲੋਕ ਸਭਾ ਦੀਆਂ ਵੋਟਾਂ ਇਕੱਠੀਆਂ ਭਰਨ ਲਈ ਚੋਣ ਹੋ ਰਹੀ ਹੋਵੇ ਤਾਂ ਉਸ ਨੂੰ ਆਮ ਚੋਣਾਂ ਆਖਦੇ ਹਨ। ਜਿਵੇਂ ਸਾਡੇ ਪੰਜਾਬ ਦੇ ਵਿੱਚ 2017 ਦੇ ਵਿੱਚ ਵੋਟਾਂ ਪਈਆਂ ਅਤੇ 117 MLA ਦੀਆਂ, 117 ਵਿਧਾਨ ਸਭਾ ਦੀਆਂ ਸਾਡੇ ਸੀਟਾਂ ਹਨ ਪੰਜਾਬ ਦੇ ਵਿੱਚ। ਤਾਂ ਜਦੋਂ ਉਸ ਦੀਆਂ ਚੋਣਾਂ ਪਈਆਂ 117 ਸੀਟਾਂ ਦੇ ਉੱਤੇ ਤਾਂ ਬਹੁਮਤ ਮਿਲਿਆ ਕਾਂਗਰਸ ਪਾਰਟੀ ਨੂੰ। ਤਾਂ ਕਰਕੇ ਸਾਡੇ ਵਰਤਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਕਾਂਗਰਸ ਪਾਰਟੀ ਵੱਲੋਂ। ਉਸ ਨੂੰ ਅਸੀਂ ਆਮ ਚੋਣਾਂ ਆਖਦੇ ਹਾਂ। ਫਿਰ ਸਾਡੇ 2019 ਦੇ ਵਿੱਚ, ਮਈ 2019 ਦੇ ਵਿੱਚ ਲੋਕ ਸਭਾ, ਸੰਸਦ ਦੀਆਂ ਚੋਣਾਂ ਪਈਆਂ
ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਿਆ ਅਤੇ ਸਾਡੇ ਸੈਂਟਰ, ਸਾਡੀ ਕੇਂਦਰੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਅਤੇ ਫਿਰ ਕਈ ਵਾਰੀ ਕੀ ਹੁੰਦਾ ਗਾ, ਤਾਂ ਉਸ ਨੂੰ ਆਮ ਚੋਣਾਂ ਕਿਹਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਇਹ ਹਰ 5 ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਕਈ ਵਾਰ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਲੋਕ ਸਭਾ ਨੂੰ 5 ਸਾਲ ਤੋਂ ਪਹਿਲਾਂ ਭੰਗ ਕਰ ਦਿੰਦਾ ਹੈ। ਜੇਕਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਲਿਖਤੀ ਰੂਪ ਵਿੱਚ ਇਹ ਕਹੇ ਕਿ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਵੇ, ਭਾਵ ਵੋਟਾਂ ਦੁਬਾਰੇ ਕਰਾਈਆਂ ਜਾਣ, ਤਾਂ ਅਜਿਹੇ ਸਮੇਂ ਕਰਵਾਈਆਂ ਜਾਣ ਵਾਲੀਆਂ ਚੋਣਾਂ ਨੂੰ ਮੱਧਕਾਲੀਨ ਚੋਣਾਂ ਕਹਿੰਦੇ ਹਨ। ਭਾਵ ਮੱਧ ਵਿੱਚ, ਭਾਵ 5 ਸਾਲ ਪੂਰੇ ਨਹੀਂ ਹੋਏ, ਉਸ ਤੋਂ ਪਹਿਲਾਂ ਹੀ ਚੋਣਾਂ ਹੋ ਗਈਆਂ। ਜਾਂ ਕਈ ਵਾਰੀ ਕੀ ਹੁੰਦਾ ਗਾ, ਕਿਸੇ ਉਮੀਦਵਾਰ ਦੀ ਆਪਣੇ ਹਲਕੇ ਦੇ ਵਿੱਚ ਜਾਂ ਤਾਂ ਮੌਤ ਹੋ ਜਾਂਦੀ ਹੈ, ਜਾਂ ਉਹ ਆਪਣੀ ਪਾਰਟੀ ਨੂੰ ਛੱਡ ਦਿੰਦਾ, ਜਾਂ ਕਿਸੇ ਕਾਰਨ ਕਰਕੇ ਉਹ ਅਸਤੀਫਾ ਦੇ ਦਿੰਦਾ, ਜਾਂ ਭਾਰਤੀ ਚੋਣ ਕਮਿਸ਼ਨ ਉਸ ਦੀ ਚੋਣ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਦੇਵੇ, ਤਾਂ ਉਹ ਵੀ ਮੱਧਕਾਲੀਨ ਚੋਣਾਂ ਹੀ ਹੁੰਦੀਆਂ ਹਨ। ਕਿਉਂਕਿ ਜੇਕਰ ਕਿਸੇ ਉਮੀਦਵਾਰ ਦੀ ਮੌਤ ਹੋ ਜਾਵੇ ਜਾਂ ਉਹ ਅਸਤੀਫਾ ਦੇ ਦੇਵੇ, ਤਾਂ ਉਸ ਦੀ ਜਗ੍ਹਾ ਦੂਸਰੇ ਉਮੀਦਵਾਰ ਦੀ ਲੋੜ ਤਾਂ ਹੁੰਦੀ ਹੈ। ਕਿਉਂਕਿ ਜੋ ਸਾਡੇ ਪੰਜਾਬ ਦੇ ਵਿੱਚ ਮੰਨ ਲਓ 117 ਸੀਟਾਂ ਹਨ, ਤਾਂ ਕਰਕੇ ਫਿਰ ਜੋ ਉਹ ਸੀਟ ਖਾਲੀ ਹੋ ਜਾਂਦੀ ਹੈ ਤਾਂ ਉਸ ਦੀ ਥਾਂ 'ਤੇ ਹੋਰ ਉਮੀਦਵਾਰ ਦੀ ਚੋਣ ਹੁੰਦੀ ਹੈ। ਉਹ 5 ਸਾਲ ਲਈ ਨਹੀਂ, ਉਹ ਜੋ ਸਮਾਂ ਰਹਿੰਦਾ ਹੁੰਦਾ ਹੈ। ਮੰਨ ਲਓ ਕਿਸੇ ਉਮੀਦਵਾਰ ਦੀ ਮੌਤ 2017 ਦੇ ਵਿੱਚ ਮੰਨ ਲਓ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਅਤੇ 2020 ਦੇ ਵਿੱਚ ਕਿਸੇ ਉਮੀਦਵਾਰ ਨੇ ਅਸਤੀਫਾ ਦੇ ਦਿੱਤਾ ਜਾਂ ਕਿਸੇ ਉਮੀਦਵਾਰ ਦੀ ਮੌਤ ਹੋ ਗਈ, ਤਾਂ ਨਵੇਂ ਉਮੀਦਵਾਰ ਦੀ ਚੋਣ 2017 ਤੋਂ ਲੈ ਕੇ 2022 ਤੱਕ ਉਸ ਸਰਕਾਰ ਦਾ ਸਮਾਂ ਹੈ। ਕਿਉਂਕਿ 5 ਸਾਲ ਦਾ ਸਮਾਂ ਹੁੰਦਾ ਹੈ ਰਾਜ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦਾ। ਤਾਂ ਜੇ 2020 ਦੇ ਵਿੱਚ ਉਸ ਉਮੀਦਵਾਰ ਦੀ ਮੌਤ ਹੋ ਜਾਂਦੀ ਹੈ ਤਾਂ ਪਿੱਛੇ 2 ਸਾਲ ਰਹਿ ਜਾਂਦੇ ਹਨ। ਤਾਂ ਉਹ ਜੋ ਨਵਾਂ ਉਮੀਦਵਾਰ ਚੁਣਿਆ ਜਾਵੇਗਾ, ਉਹ ਅਗਲੇ 2 ਸਾਲਾਂ ਦੇ ਲਈ ਹੀ ਚੁਣਿਆ ਜਾਵੇਗਾ, ਨਾ ਕਿ 5 ਸਾਲਾਂ ਲਈ। ਉਸ ਨੂੰ ਵੀ ਅਸੀਂ ਮੱਧਕਾਲੀਨ ਚੋਣ ਆਖ ਸਕਦੇ ਹਾਂ। ਕੁਐਸਚਨ ਆਨਸਰ ਆ ਗਏ। ਲੋਕਤੰਤਰ ਵਿੱਚ ਚੋਣਾਂ ਕਿੰਨਾਂ ਕਾਰਨਾਂ ਕਰਕੇ ਮਹੱਤਵਪੂਰਨ ਹਨ? ਇਹ ਅਸੀਂ ਹੁਣੇ ਕੀਤਾ ਹੈ, ਕਿਉਂਕਿ ਲੋਕਤੰਤਰ ਰਾਜ ਵਿੱਚ ਸ਼ਾਸਨ ਸ਼ਕਤੀ ਲੋਕਾਂ ਦੇ ਪ੍ਰਤੀਨਿਧਾਂ ਕੋਲ ਹੁੰਦੀ ਹੈ। ਕਿਉਂ ਮਹੱਤਵਪੂਰਨ ਹੈ ਕਿ ਸਾਰੇ ਨਾਗਰਿਕ ਇਕੱਠੇ ਰਾਜ ਪ੍ਰਬੰਧ ਨਹੀਂ ਚਲਾ ਸਕਦੇ, ਇਸ ਲਈ ਪ੍ਰਤੀਨਿਧ ਚੁਣਨੇ ਪੈਂਦੇ ਹਨ। ਚੋਣਾਂ ਰਾਹੀਂ ਨਾਗਰਿਕ ਸਰਕਾਰ ਨੂੰ ਬਦਲ ਸਕਦੇ ਹਨ। ਚੋਣਾਂ ਰਾਹੀਂ ਕਾਰਜਪਾਲਿਕਾ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਕਰਕੇ ਮਹੱਤਵਪੂਰਨ ਹਨ। ਆਮ ਚੋਣਾਂ ਤੋਂ ਕੀ ਭਾਵ ਹੈ? ਜੋ ਰਾਜ ਵਿਧਾਨ ਸਭਾ ਜਾਂ ਸੰਸਦ ਲੋਕ ਸਭਾ ਦੀਆਂ ਇੱਕੋ ਸਮੇਂ, ਭਾਵ ਲੋਕ ਸਭਾ ਦੀਆਂ 543 ਸੀਟਾਂ 'ਤੇ ਇੱਕੋ ਸਮੇਂ, ਜਿਵੇਂ 2019 ਦੇ ਵਿੱਚ ਹੋਇਆ ਸੀ, ਸਾਰੇ ਸੀਟਾਂ ਦੇ ਲਈ, ਸਾਰੇ ਉਮੀਦਵਾਰਾਂ ਦੇ ਲਈ ਚੋਣ ਇਕੱਠੀ ਹੀ ਹੁੰਦੀ ਹੈ, ਉਸ ਨੂੰ ਅਸੀਂ ਆਮ ਚੋਣਾਂ ਆਖਦੇ ਹਾਂ। ਮੱਧਕਾਲੀਨ ਕਈ ਵਾਰ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਲੋਕ ਸਭਾ ਨੂੰ 5 ਸਾਲ ਤੋਂ ਪਹਿਲਾਂ ਭੰਗ ਕਰ ਦਿੰਦਾ ਹੈ। ਅਜਿਹੇ ਸਮੇਂ ਕਰਵਾਈਆਂ ਚੋਣਾਂ ਨੂੰ ਮੱਧਕਾਲੀਨ ਚੋਣਾਂ ਕਹਿੰਦੇ ਹਨ। ਚੋਣਾਂ ਰਾਹੀਂ ਲੋਕ ਪ੍ਰਤੀਨਿਧ ਚੁਣਦੇ ਹਨ। ਭਾਰਤ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਹਰ 5 ਸਾਲ ਬਾਅਦ ਕਰਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਅਸੀਂ ਨੇ ਅੱਜ ਚੋਣਾਂ ਬਾਰੇ ਸ਼੍ਰੇਣੀ 7ਵੀਂ ਦਾ ਜੋ ਅੱਜ ਕੰਮ ਆਇਆ ਹੈ ਉਹ ਕੀਤਾ ਹੈ। ਹੇਠਾਂ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਹੱਲ ਕੀਤਾ ਹੋਇਆ ਹੈ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ, ਤਾਂ ਜੋ ਉਹ ਆਪਣਾ ਕੰਮ ਚੰਗੀ ਤਰ੍ਹਾਂ